ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ। ਅੱਜ ਅਸੀਂ ਇਸ ਵੀਡੀਓ ਵਿੱਚ ਇਲੈਕਟ੍ਰੋਮੈਗਨੈਟਿਕ ਵੇਵਸ ਜੋ ਕਿ +1 ਦਾ ਕੈਮਿਸਟਰੀ ਦਾ ਇੱਕ ਟੌਪਿਕ ਹੈ ਤੇ ਬਹੁਤ ਹੀ ਇੰਪੋਰਟੈਂਟ ਟੌਪਿਕ ਆ। ਤੇ ਇਲੈਕਟ੍ਰੋਮੈਗਨੈਟਿਕ ਵੇਵਸ ਬਾਰੇ ਸਭ ਤੋਂ ਪਹਿਲਾਂ ਸਾਨੂੰ ਜੇਮਸ ਚੈਡਵਿਕ ਨੇ 1870 ਵਿੱਚ ਦੱਸਿਆ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਲਾਈਟ ਜਾਂ ਕੋਈ ਹੋਰ ਵੀ ਕਿਸੇ ਵੀ ਤਰ੍ਹਾਂ ਦੀ એનર્ਜੀ ਜੋ ਪ੍ਰੋਪਾਗੇਟ ਕਰਦੀ ਹੈ ਇਨ ਸਪੇਸ ਉਹ ਇੱਕ ਵੇਵ ਦੀ ਤਰ੍ਹਾਂ ਪ੍ਰੋਪਾਗੇਟ ਕਰਦੀ ਹੈ, ਭਾਵ ਇੱਕ ਵੇਵ ਦੀ ਤਰ੍ਹਾਂ ਅੱਗੇ ਵੱਧਦੀ ਹੈ। ਤੇ ਉਹਨਾਂ ਵੇਵਸ ਨੂੰ ਜੇਮਸ ਚੈਡਵਿਕ ਨੇ ਇਲੈਕਟ੍ਰੋਮੈਗਨੈਟਿਕ ਵੇਵਸ ਦਾ ਨਾਮ ਦਿੱਤਾ ਸੀ। ਤੇ ਹੁਣ ਅਸੀਂ ਪੜ੍ਹਦੇ ਹਾਂ ਇਲੈਕਟ੍ਰੋਮੈਗਨੈਟਿਕ ਵੇਵਸ ਹੁੰਦੀਆਂ ਕੀ ਨੇ। ਥੀਸ ਆਰ ਦੀ ਵੇਵਸ ਇਨ ਵਿਚ ਇਲੈਕਟ੍ਰਿਕ ਫੀਲਡ ਐਂਡ ਮੈਗਨੈਟਿਕ ਫੀਲਡ ਆਰ ਮਿਊਚੁਅਲੀ ਪਰਪੈਂਡੀਕੂਲਰ ਟੂ ਈਚ ਅਦਰ ਐਜ਼ ਵੈਲ ਐਜ਼ they are perpendicular to each other as well as perpendicular to the propagation of wave। ਇਹਦਾ ਮਤਲਬ ਬੱਚੇ ਵੀ ਜੋ ਇਲੈਕਟ੍ਰੋਮੈਗਨੈਟਿਕ ਵੇਵ ਆ ਉਹਦੇ ਵਿੱਚ ਇੱਕ ਇਲੈਕਟ੍ਰਿਕ ਫੀਲਡ ਵੈਕਟਰ ਹੁੰਦਾ ਤੇ ਇੱਕ ਮੈਗਨੈਟਿਕ ਫੀਲਡ ਵੈਕਟਰ ਹੁੰਦਾ। ਉਹ ਆਪਸ ਵਿੱਚ ਤਾਂ ਪਰਪੈਂਡੀਕੂਲਰ ਹੁੰਦੇ ਹੀ ਹੁੰਦੇ ਨੇ ਤੇ ਉਹ ਇੱਕ ਹੋਰ ਚੀਜ਼ ਦੇ ਨਾਲ ਪਰਪੈਂਡੀਕੂਲਰ ਹੁੰਦੇ ਨੇ। ਕਿਹਦੇ ਨਾਲ ਪਰਪੈਂਡੀਕੂਲਰ ਹੁੰਦੇ ਨੇ? ਪਰਪੈਂਡੀਕੂਲਰ ਟੂ ਦੀ ਪ੍ਰੋਪਗੇਸ਼ਨ ਆਫ ਵੇਵ। ਇਹਦਾ ਮਤਲਬ ਬੱਚੇ ਵੀ ਜਿੱਧਰ ਨੂੰ ਵੇਵ ਪ੍ਰੋਪਗੇਟ ਕਰ ਰਹੀ ਆ ਇਹ ਉਸ ਡਾਇਰੈਕਸ਼ਨ ਦੇ ਨਾਲ ਵੀ ਪਰਪੈਂਡੀਕੂਲਰ ਹੁੰਦੇ ਨੇ। ਆਓ ਇਸ ਨੂੰ ਅਸੀਂ ਇੱਕ ਡਾਇਗਰਾਮ ਨਾਲ ਸਮਝਦੇ ਹਾਂ। ਜਿਵੇਂ ਦੇਖੋ ਆਪਾਂ ਇੱਕ ਡਾਇਗਰਾਮ ਬਣਾਉਂਦੇ ਹਾਂ। ਇਹ ਅਸੀਂ ਡਾਇਗਰਾਮ 3D ਵਿੱਚ ਬਣਾਵਾਂਗੇ। ਜਿਵੇਂ ਇਹ ਸਾਡਾ ਐਕਸ ਐਕਸਿਸ ਆ, ਇਹ ਸਾਡਾ ਵਾਈ ਐਕਸਿਸ ਆ, ਇਹ ਸਾਡਾ ਜ਼ੈਡ ਐਕਸਿਸ ਆ। ਸਾਡੀ ਜੋ ਵੇਵ ਆ ਅਸੀਂ ਜੋ ਵੇਵ ਇੱਥੇ ਰਿਪਰੈਜ਼ੈਂਟ ਕਰਨੀ ਆ ਉਹ ਸਾਡੀ ਐਕਸ ਐਕਸਿਸ ਵੱਲ ਪ੍ਰੋਪਾਗੇਟ ਕਰੇਗੀ। ਤੇ ਅਸੀਂ ਉੱਪਰ ਪੜ੍ਹਿਆ ਵੀ ਜੋ ਇਲੈਕਟ੍ਰੋਮੈਗਨੈਟਿਕ ਵੇਵ ਆ ਉਹ ਆਪਸ ਵਿੱਚ ਤਾਂ ਪਰਪੈਂਡੀਕੂਲਰ ਹੈਗੀ ਆ, ਭਾਵ ਉਹਦੇ ਜੋ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਵੈਕਟਰ ਨੇ ਅਸੀਂ ਉਹਨਾਂ ਨੂੰ ਡਰਾ ਕਰਾਂਗੇ। ਤੇ ਉਹ ਮਤਲਬ ਉਹ ਕਿਸ ਤਰ੍ਹਾਂ ਦੇ ਹੋਣਗੇ? ਉਹ ਵੈਕਟਰ ਇੱਕ ਪਹਿਲੀ ਕਰੈਕਟਰਿਸਟਿਕ ਤਾਂ ਇਹ ਆ ਬੱਚੇ ਵੀ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਵੈਕਟਰ ਨੇ ਉਹ ਆਪਸ ਵਿੱਚ ਪਰਪੈਂਡੀਕੂਲਰ ਹੋਣਗੇ। ਤੇ ਦੂਜੀ ਗੱਲ ਜਿੱਧਰ ਨੂੰ ਵੇਵ ਪ੍ਰੋਪਾਗੇਟ ਹੋ ਰਹੀ ਆ ਉਹਦੇ ਨਾਲ ਵੀ ਪਰਪੈਂਡੀਕੂਲਰ ਹੋਣਗੇ। ਠੀਕ ਹੈ, ਤੇ ਆਓ ਇਸ ਨੂੰ ਡਰਾ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਵਾਈ ਐਕਸਿਸ ਵੱਲ ਡਰਾ ਕਰਦੇ ਹਾਂ। ਦੇਖੋ ਬੱਚੇ ਇਹ ਬੱਚੇ ਤੇ ਪਾਰਟੀਕਲ ਨੇ ਜੋ ਮੇਨ ਪੋਜੀਸ਼ਨ ਦੇ ਨਾਲ ਔਸੀਲੇਟ ਕਰ ਰਹੇ ਨੇ। ਇਹ ਵੀ ਬੱਚੇ ਐਕਸ ਐਕਸਿਸ ਦੇ ਪਰਪੈਂਡੀਕੂਲਰ ਆ, ਭਾਵ ਜੋ ਇਹਦੇ ਪਾਰਟੀਕਲ ਨੇ ਉਹ ਐਵੇਂ ਕਰਕੇ ਔਸੀਲੇਟ ਕਰ ਰਹੇ ਨੇ, ਮਤਲਬ ਇਨ ਦੀ ਡਾਇਰੈਕਸ਼ਨ ਆਫ ਜਿੱਧਰੋਂ ਵੇਵ ਵੱਧ ਰਹੀ ਹੈ ਉਹਦੇ ਪਰਪੈਂਡੀਕੂਲਰ ਔਸੀਲੇਟ ਕਰ ਰਹੇ ਨੇ। ਤੇ ਇਹ ਸੀ ਬੱਚੇ ਸਾਡਾ ਇਲੈਕਟ੍ਰਿਕ ਫੀਲਡ ਵੈਕਟਰ। ਤੇ ਐਵੇਂ ਅਸੀਂ ਮੈਗਨੈਟਿਕ ਫੀਲਡ ਦਾ ਵੈਕਟਰ ਬਣਾਉਣੇ ਆ ਤੇ ਜੋ ਐਕਸ ਐਕਸਿਸ ਦੇ ਪਰਪੈਂਡੀਕੂਲਰ ਵੀ ਹੋਏਗਾ ਤੇ ਵਾਈ ਐਕਸਿਸ ਤੇ ਪਰਪੈਂਡੀਕੂਲਰ ਹੋਏਗਾ। ਦੇਖੋ ਆਪਾਂ ਡਰਾ ਕਰਦੇ ਹਾਂ। ਇਹ ਐਵੇਂ ਦਾ ਬਣੇਗਾ। ਇਹ ਹੋਏਗਾ ਬੱਚੇ ਸਾਡਾ ਮੈਗਨੈਟਿਕ ਫੀਲਡ ਵੈਕਟਰ। ਹਾਂਜੀ, ਹੁਣ ਇੱਥੇ ਸਮਝਣ ਵਾਲੀ ਗੱਲ ਆ। ਦੇਖੋ ਜੋ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਹੈ ਇਹ ਆਪਸ ਵਿੱਚ ਪਰਪੈਂਡੀਕੂਲਰ ਨੇ ਤੇ ਨਾਲ ਦੀ ਨਾਲ ਇਹ ਜਿੱਧਰ ਨੂੰ ਸਾਡੀ ਵੇਵ ਪ੍ਰੋਪਾਗੇਟ ਕਰ ਰਹੀ ਹੈ ਇਹ ਉੱਧਰ ਨੂੰ ਇਹ ਉਸ ਦੇ ਨਾਲ ਵੀ ਪਰਪੈਂਡੀਕੂਲਰ ਨੇ। ਤੇ ਇਹ ਸੀ ਸਾਡੀ ਇਲੈਕਟ੍ਰੋਮੈਗਨੈਟਿਕ ਵੇਵ ਬਾਰੇ ਇੰਟਰੋ। ਅਤੇ ਆਓ ਇਸ ਤੋਂ ਬਾਅਦ ਇਸ ਦੀਆਂ ਕਰੈਕਟਰਿਸਟਿਕਸ ਪੜ੍ਹਦੇ ਹਾਂ ਅਸੀਂ। ਹਾਂਜੀ, ਇਸ ਤੋਂ ਬਾਅਦ ਇਹ ਕਰੈਕਟਰਿਸਟਿਕਸ ਪੜ੍ਹਦੇ ਹਾਂ ਇਲੈਕਟ੍ਰੋਮੈਗਨੈਟਿਕ ਵੇਵਸ ਦੀਆਂ। ਸਭ ਤੋਂ ਪਹਿਲੀ ਕਰੈਕਟਰਿਸਟਿਕਸ ਬੱਚੇ ਇਹਦੀ ਹੈਗੀ ਆ, ਇਟ ਕੰਸਿਸਟ ਆਫ ਇਲੈਕਟ੍ਰਿਕ ਫੀਲਡ ਐਂਡ ਮੈਗਨੈਟਿਕ ਫੀਲਡ ਦੈਟ ਔਸੀਲੇਟਸ ਇਨ ਡਾਇਰੈਕਸ਼ਨ ਪਰਪੈਂਡੀਕੂਲਰ ਟੂ ਈਚ ਅਦਰ ਆਲਸੋ ਪਰਪੈਂਡੀਕੂਲਰ ਟੂ ਦੀ ਪ੍ਰੋਪਗੇਸ਼ਨ ਆਫ ਵੇਵ। ਇਹ ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਇਲੈਕਟ੍ਰੋਮੈਗਨੈਟਿਕ ਵੇਵ ਦੇ ਵਿੱਚ ਦੋ ਫੀਲਡ ਹੁੰਦੇ ਨੇ, ਇੱਕ ਇਲੈਕਟ੍ਰਿਕ ਫੀਲਡ ਵੈਕਟਰ ਹੁੰਦਾ ਤੇ ਇੱਕ ਮੈਗਨੈਟਿਕ ਫੀਲਡ ਵੈਕਟਰ ਹੁੰਦਾ। ਉਹ ਆਪਸ ਵਿੱਚ ਤਾਂ ਪਰਪੈਂਡੀਕੂਲਰ ਹੁੰਦੇ ਹੀ ਹੁੰਦੇ ਨੇ। ਪਰਪੈਂਡੀਕੂਲਰ ਹੋਣ ਦਾ ਮਤਲਬ ਬੱਚੇ ਇਹ ਹੈ ਵੀ ਉਹਦੇ ਜੋ ਪਾਰਟੀਕਲ ਨੇ ਉਹ ਔਸੀਲੇਟ ਕਰਦੇ ਨੇ
ਮੇਨ ਪੋਜੀਸ਼ਨ ਤਾਂ ਕਰਦੇ ਨੇ, ਮਤਲਬ ਕਿਸ ਤਰ੍ਹਾਂ ਆਸਲੇਟ ਕਰਦੇ ਨੇ, ਉਹ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਤੋਂ ਇੱਕ ਦੂਜੇ ਤੋਂ ਪਰਪੈਂਡੀਕੂਲਰ ਕਰਦੇ ਨੇ ਤੇ ਦੂਜਾ ਜਿੱਧਰ ਨੂੰ ਵੇ ਪ੍ਰੋਪਾਗੇਟ ਕਰ ਰਹੀ ਹੈ ਉਹ ਉਸਦੇ ਵੀ ਪਰਪੈਂਡੀਕੂਲਰ ਆਸਲੇਟ ਕਰਦੇ ਨੇ। ਤੇ ਦੂਸਰੀ ਕਰੈਕਟਰਿਸਟਿਕ ਇਹ ਹੈ ਵੀ ਆਲ ਇਲੈਕਟ੍ਰੋਮੈਗਨੈਟਿਕ ਵੇਵਸ ਟਰੈਵਲ ਵਿਦ ਸੇਮ ਸਪੀਡ। ਇਹਨਾਂ ਸਾਰਿਆਂ ਦੀ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਸਪੀਡ ਸੇਮ ਹੁੰਦੀ ਹੈ ਤੇ ਉਹ ਕਿੰਨੀ ਹੁੰਦੀ ਆ, ਅਪਰੋਕਸੀਮੇਟ ਲਿਖ ਰਿਹਾ ਇਹ, ਵੈਸੇ ਹੁੰਦੀ ਤਾਂ ਇਹ 2.99 ਸਮਥਿੰਗ ਆ, ਬਟ ਅਪਰੋਕਸੀਮੇਟਡ 3 × 10⁸ ਮੀਟਰ ਪਰ ਸੈਕ ਹੁੰਦੀ ਹੈ, ਜੋ ਕਿ ਸਪੀਡ ਆਫ ਲਾਈਟ ਦੇ ਅਪਰੋਕਸੀਮੇਟ ਬਰਾਬਰ ਹੀ ਹੁੰਦੀ ਹੈ। ਤੇ ਥਰਡ ਕਰੈਕਟਰਿਸਟਿਕ ਹੈ ਬੱਚੇ ਦੀ ਇਲੈਕਟ੍ਰੋਮੈਗਨੈਟਿਕ ਵੇਵਸ ਨੋਟ ਰਿਕੁਆਇਰ ਐਨੀ ਮੀਡੀਅਮ। ਤੇ ਇਹ ਦੀ ਸਭ ਤੋਂ ਵੱਡੀ ਕਰੈਕਟਰਿਸਟਿਕ ਆ ਵੀ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ ट्रैवल करने लिए किसी भी मीडियम की लोड़ नहीं पैंती। सानू पता भी लाइट भी एक इलैक्ट्रोमैगनैटिक वेव है तो लाइट का एक नैचुरल सोर्स क्या सन, तो जो सन तो अर्थ तक लाइट आती है तो जो सन तो अर्थ तक लाइट आती है तो सानू पता स्पेस के विच तो कोई मीडियम है नहीं, पर फिर भी धरती ते लाइट किवें ना किवें आ जाती है। तो देखो वो इसकी सब तो वड्डी एग्जाम्पल है भी जिहड़ी लाइट आ वो स्पेस विचों बिना मीडियम तो ट्रैवल करके, क्योंकि इलैक्ट्रोमैगनैटिक वेव नूं कोई मीडियम ही नहीं चाहिए होंदा ट्रैवल करने लई, मतलब बिना मीडियम तो ट्रैवल करके वो अर्थ ते पहुँच जाती है। तो इत्थों असीं कह सकते हैं भी इलैक्ट्रोमैगनैटिक वेव्स आर नॉट रिक्वायर एनी मीडियम। ठीक है, तो इस तो बाद असीं साडी उस तो मेन टॉपिक ते आने इलैक्ट्रोमैगनैटिक स्पैक्ट्रम। ਅਸੀਂ ਇਲੈਕਟ੍ਰੋਮੈਗਨੈਟਿਕ ਵੇਵਸ ਬਾਰੇ ਉਹਨਾਂ ਦੀ ਕਰੈਕਟਰਿਸਟਿਕਸ ਬਾਰੇ ਪੜ੍ਹ ਚੁੱਕੇ ਹਾਂ ਤੇ ਉਸ ਤੋਂ ਬਾਅਦ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਬਾਰੇ ਪੜ੍ਹਾਂਗੇ। मैं ब्रीफ ਵਿੱਚ ਦੱਸ ਦੇਣਾ ਇਲੈਕਟ੍ਰੋਮੈਗਨੈਟਿਕ ਸਪੈਕਟਰਮ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ ਸਟੱਡੀ ਕਰਨ ਦਾ ਇੱਕ ਸਪੈਕਟਰਮ ਆ ਜਿਸ ਨੂੰ ਅਸੀਂ ਇੱਕ ਆਰਡਰ ਦੇ ਵਿੱਚ ਲਿਖਦੇ ਹਾਂ। ਭਾਵ ਅਸੀਂ ਜੋ ਇਲੈਕਟ੍ਰੋਮੈਗਨੈਟਿਕ ਵੇਵਸ ਨੂੰ ਸਟੱਡੀ ਕਰਾਂਗੇ ਇਹਨੂੰ ਅਸੀਂ ਇੱਕ ਆਰਡਰਲੀ ਮੈਨਰ ਦੇ ਵਿੱਚ ਲਿਖਾਂਗੇ ਜਿਸ ਨਾਲ ਸਾਨੂੰ ਸਮਝਣਾ ਉਸ ਨਾਲ ਆਸਾਨ ਹੋ ਜਾਏਗਾ। ਦੇਖੋ ਦੀ ਹੋਲ ਰੇਂਜ ਆਫ ਫ੍ਰੀਕੁਐਂਸੀ ਔਰ ਵੇਵਲੈਂਥ ਆਫ ਇਲੈਕਟ੍ਰੋਮੈਗਨੈਟਿਕ ਵੇਵਸ ਅਰੇਂਜਡ ਇਨ ਐਨ ਆਰਡਰ ਇਜ਼ ਕਾਲਡ ਇਲੈਕਟ੍ਰੋਮੈਗਨੈਟਿਕ ਸਪੈਕਟਰਮ। तो मतलब बच्चे भी जो साढ़े कोल इलैक्ट्रोमैगनैटिक वेव्स ने उन्होंने असीं अरेंज करांगे इन दी ऑर्डर किसी ऑर्डर च अरेंज करांगे तो वो ऑर्डर की होएगा, वो ऑर्डर जां तां फ्रीकुएंसी के परसपैक्टिव हिसाब नाल होएगा जां वेवलैंथ के परसपैक्टिव के हिसाब नाल होएगा। ठीक है, तो वो ऑर्डर बच्चे इत्थे बनया होया देखो रेडियो वेव्स पहले नंबर ते, दूसरे नंबर ते माइक्रोवेव, थर्ड नंबर ते इंफ्रारेड वेव्स, चौथे नंबर ते विजिबल लाइट, पांचवें नंबर ते अल्ट्रावायलेट रेज एंड छेवें नंबर ते एक्स रेज एंड सत्तवें नंबर ते गामा रेज। देखो इन्होंने मैं अरेंज किवें कीता, इन्होंने मैं अरेंज किया है बच्चे वेवलैंथ इंक्रीज के अकॉर्डिंग किया होया। मतलब की है भी रेडियो वेव की वेवलैंथ सब तो ज़्यादा इधर नूं वेवलैंथ इंक्रीज हो रही है, रेडियो वेव की वेवलैंथ सब तो ज़्यादा तो सब तो घट की वेवलैंथ आ गामा रे की। तो इत्थे एक होर गल क्लीयर करनी जरूरी है, सानू वेवलैंथ ते फ्रीकुएंसी का एक रिलेशन पता होना चाहिए। असी कल वेव्स बारे पढ़िया सी ते असी उहदे विच एक रिलेशन पढ़िया सी C = λ/ν। इत्थों असी लैम्डा की रिलेशन कढ़ सकते हैं C/V। सानू पता C की होंदा कॉन्सटेंट स्पीड ऑफ लाइट, तो मैं इन्हूं एवें लिख सकदा इनवर्सली प्रोपोर्शनल टू 1/b। तो इत्थों मैं कह सकदा भी वेवलैंथ, मैं इत्थों ये गल कह सकदा वेवलैंथ इनवर्सली प्रोपोर्शनल टू 1/फ्रीकुएंसी 1/फ्रीकुएंसी। असी इस चीज़ को होर थोड़ा डीपली पढ़ते हैं भी वेवलैंथ इनवर्सली प्रोपोर्शनल टू फ्रीकुएंसी। इनवर्सली प्रोपोर्शनल का मतलब होंदा बच्चे जे एक चीज़ बढ़ रही है तो दूजी चीज़ ऐटोमैटिकली घटूगी। हाँ जी इस चीज़ को आप होर डीपली स्टडी करते हैं। जिवें वेवलैंथ आ देखो इसनूं आपां ड्रा करके समझते हैं। जिवें देखो असीं एक वेव ड्रा करते हैं, असी बच्चे फ्रीकुएंसी की पढ़ी सी, असी पढ़ी सी फ्रीकुएंसी भी 1 सैकेंड दे विच किसी भी पॉइंट ते किन्नियां वेव्स ट्रैवल करदियां ने, असी उसनूं फ्रीकुएंसी कहने आ। हुण असी वेवलैंथ की पढ़ी सी, असी वेवलैंथ पढ़ी सी भी 2 कंसैक्टिव क्रैस्ट जां 2 कंसैक्टिव ट्रफ दे विचाले जो डिस्टेंस हुंदा वो की आ, थोड़ा गड़बड़ हो गई चलो साइड च। हाँ असी वेवलैंथ पढ़ी सी भी 2 कंसैक्टिव क्रैस्ट और ट्रफ दे विचाले जो डिस्टेंस आ वो वेवलैंथ आ। तो देखो जिन्नी वेवलैंथ ज़्यादा होगी, असी रिलेशन वैरीफाई कर रहे हैं, जिन्नी वेवलैंथ ज़्यादा होगी फ्रीकुएंसी की सी 1 सैकेंड के कितनी वेवलैंथ लंघदियां ने, भाव पास करदियां ने, भाव वो लंघदियां ने, मतलब जिन्नी वेवलैंथ ज़्यादा होगी तो उन्नी फ्रीकुएंसी घट होगी क्योंकि असी 1 सैकेंड के वे पास कराउणियां ने। तो सानू तो असी जे फ्रीकुएंसी वधाउणी है तो सानू चाहिए भी साडी वेवलैंथ की होनी चाहिए, घट होनी चाहिए है। देखो असी एक होर वेवलैंथ ड्रा करते हैं। जिवें देखो जिवें एक एवें दी वेव ड्रा करा तो जो इहदी वेवलैंथ है ये तो बहुत ज़्यादा घट है,
ਇਹਦੀ ਵੇਵਲੈਂਥ ਕੀ ਬਹੁਤ ਜ਼ਿਆਦਾ ਵੱਧ ਹੈ, ਇਹਦੀ ਵੇਵਲੈਂਥ ਕੀ ਬਹੁਤ ਜ਼ਿਆਦਾ ਘੱਟ ਹੈ। ਤਾਂ ਜਿੰਨੀ ਘੱਟ ਵੇਵਲੈਂਥ ਹੋਊਗੀ ਉਨੀ ਉਹ 1 ਸੈਕਿੰਡ ਦੇ ਵਿੱਚ ਜ਼ਿਆਦਾ ਪਾਸ ਕਰ ਜੂਗੀ ਕੰਪੇਅਰ ਟੂ ਇਹਦੇ ਨਾਲ ਇਹਦੀ ਵੇਵਲੈਂਥ ਜ਼ਿਆਦਾ ਹੈ। ਤਾਂ ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਵੇਵਲੈਂਥ ਸੱਚਮੁੱਚ ਫ੍ਰੀਕੁਐਂਸੀ ਦੇ ਇਨਵਰਸਲੀ ਪ੍ਰਪੋਰਸ਼ਨਲ ਹੁੰਦੀ ਹੈ। ਇਹਦੀ ਅਸੀਂ ਇੱਕ ਬੇਸਿਕ ਐਗਜ਼ਾਮਪਲ ਲੈ ਸਕਦੇ ਹਾਂ ਆਪਣੀ ਡੇਲੀ ਲਾਈਫ ਦੇ ਵਿੱਚ। ਅਸੀਂ ਟਰੈਕਟਰ ਦੇ ਅਗਲੇ ਟਾਇਰ ਅਤੇ ਪਿਛਲੇ ਟਾਇਰ ਦੇਖਦੇ ਹਾਂ। ਮੰਨ ਕੇ ਚੱਲੋ ਜਿਹੜਾ ਪਿਛਲਾ ਟਾਇਰ ਹੁੰਦਾ ਟਰੈਕਟਰ ਦਾ ਉਹ ਵੱਡਾ ਹੁੰਦਾ, ਤਾਂ ਅਸੀਂ ਕਹਤਾ ਵੀ ਉਹਦੀ ਵੇਵਲੈਂਥ ਕੀ ਆ ਜ਼ਿਆਦਾ, ਅਤੇ ਜੋ ਉਹਦਾ ਅੱਗੇ ਵਾਲਾ ਟਾਇਰ ਹੁੰਦਾ ਉਹਦੀ ਮਤਲਬ ਉਹਦੀ ਅਸੀਂ ਉਹਨੂੰ ਜੇ ਵੇਵਲੈਂਥ ਨਾਲ ਕੰਪੇਅਰ ਕਰੀ ਤਾਂ ਉਹਦੀ ਮਤਲਬ ਲੰਬਾਈ ਕੀ ਹੁੰਦੀ ਆ, ਘੱਟ ਹੁੰਦੀ ਆ। ਤਾਂ ਜੇ ਮੈਂ ਕਹਾਂ ਵੀ 1 ਸੈਕਿੰਡ ਦੇ ਵਿੱਚ ਕਿਹੜਾ ਜ਼ਿਆਦਾ ਚੱਕਰ ਰਹੂਗਾ, ਤਾਂ ਓਬੀਅਸਲੀ ਗੱਲ ਆ ਵੀ ਜੋ ਟਰੈਕਟਰ ਦਾ ਅਗਲਾ ਟਾਇਰ ਹੋਏਗਾ ਉਹਦੇ ਨਾਲ ਜ਼ਿਆਦਾ ਚੱਕਰ ਲੱਗਣਗੇ 1 ਸੈਕਿੰਡ ਦੇ ਵਿੱਚ ਦੈਨ ਕੰਪੇਅਰ ਟੂ ਜੋ ਉਹਦਾ ਪਿਛਲਾ ਟਾਇਰ ਹੋਏਗਾ। ਠੀਕ ਆ, ਤਾਂ ਉਹਦੀ ਅਸੀਂ ਇਹ ਸਮਝ ਸਕਦੇ ਹਾਂ ਵੀ ਜੋ ਪਿਛਲੇ ਟਾਇਰ ਦੀ ਲੰਬਾਈ ਆ ਜਾਂ ਉਹਦੀ ਵੇਵਲੈਂਥ ਕੀ ਆ ਉਹ ਜ਼ਿਆਦਾ ਆ। ਤਾਂ 1 ਸੈਕਿੰਡ ਦੇ ਵਿੱਚ ਜੋ ਅੱਗੇ ਵਾਲਾ ਟਾਇਰ ਹੋਏਗਾ, ਜੋ ਛੋਟਾ ਟਾਇਰ ਹੋਏਗਾ ਉਹ ਜ਼ਿਆਦਾ ਚੱਕਰ ਲਗਾਏਗਾ। ਤਾਂ ਇੱਥੇ ਅਸੀਂ ਸਮਝ ਸਕਦੇ ਹਾਂ ਵੀ ਵੇਵਲੈਂਥ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਫ੍ਰੀਕੁਐਂਸੀ ਹੋਏਗੀ। ਠੀਕ ਹੈ, ਇਸ ਤੋਂ ਬਾਅਦ ਅਸੀਂ ਇਲੈਕਟ੍ਰੋਮੈਗਨੈਟਿਕ ਸਪੈਕਟਰਮ 'ਤੇ ਵਾਪਸ ਆਉਂਦੇ ਹਾਂ। ਹਾਂਜੀ, ਤਾਂ ਇਸ ਨੂੰ ਅਸੀਂ ਹੋਰ ਅੱਗੇ ਸਮਝਦੇ ਹਾਂ। ਇਹ ਵੇਵਜ਼ ਨੂੰ ਜੋ ਮੈਂ ਵੇਵਜ਼ ਕਲਾਸੀਫਾਈ ਕਰਨ ਲੱਗਿਆ, ਮਤਲਬ ਇੱਕ ਆਰਡਰ ਦੇ ਵਿੱਚ ਰੱਖਣ ਲੱਗਿਆ, ਉਹ ਵੀ ਆਰਡਰ ਮੈਂ ਕਿਹੜੇ ਪਰਸਪੈਕਟਿਵ ਹਿਸਾਬ ਨਾਲ ਬਣਾਇਆ, ਫ੍ਰੀਕੁਐਂਸੀ ਜਾਂ ਵੇਵਲੈਂਥ 'ਤੇ। ਹਾਂਜੀ, ਤਾਂ ਅਸੀਂ ਇੱਥੋਂ ਪੜ੍ਹ ਚੁੱਕੇ ਹਾਂ ਵੀ ਜੋ ਮੈਂ ਆਰਡਰ ਬਣਾਇਆ ਉਹ ਇਨਕਰੀਜ਼ਿੰਗ ਆਰਡਰ ਆਫ ਵੇਵਲੈਂਥ ਹੈ। ਤਾਂ ਮੈਂ ਇੱਧਰ ਨੂੰ ਐਵੇਂ ਲਿਖ ਸਕਦਾ ਵੀ ਇੱਧਰ ਨੂੰ ਕੀ ਇਨਕਰੀਜ਼ ਹੋ ਰਹੀ ਹੈ, ਸਾਡੀ ਲੈਮਡਾ ਇਨਕਰੀਜ਼ ਹੋ ਰਹੀ ਹੈ, ਭਾਵ ਵੇਵਲੈਂਥ ਇਨਕਰੀਜ਼ ਹੋ ਰਹੀ ਹੈ। ਜੇ ਇੱਧਰ ਵੇਵਲੈਂਥ ਇਨਕਰੀਜ਼ ਹੋ ਰਹੀ ਹੈ ਤਾਂ ਇੱਧਰ ਵੇਵਲੈਂਥ ਡਿਕਰੀਜ਼ ਹੋ ਰਹੀ ਹੈ। ਜੇ ਇੱਧਰ ਵੇਵਲੈਂਥ ਇਨਕਰੀਜ਼ ਹੋ ਰਹੀ ਹੈ ਤਾਂ ਇੱਧਰ ਜਿਹੜੀ ਫ੍ਰੀਕੁਐਂਸੀ ਕੀ ਹੋਊਗੀ, ਡਿਕਰੀਜ਼ ਹੋ ਰਹੀ ਹੋਣੀ ਹੈ। ਇੱਧਰ ਫ੍ਰੀਕੁਐਂਸੀ, ਇੱਧਰ ਵੇਵਲੈਂਥ ਇਨਕਰੀਜ਼ ਹੋ ਰਹੀ ਹੈ ਤੇ ਇੱਧਰ ਫ੍ਰੀਕੁਐਂਸੀ ਕੀ ਹੋ ਰਹੀ ਹੋਊਗੀ, ਡਿਕਰੀਜ਼ ਹੋ ਰਹੀ ਹੋਊ ਇੱਧਰ। ਤਾਂ ਮੈਂ ਇਹਦੀਆਂ ਵੈਲਿਊਜ਼ ਲਿਖਣ ਲੱਗਿਆ ਵੇਵਲੈਂਥ ਦੇ ਅਕੋਰਡਿੰਗ। ਤਾਂ ਰੇਡੀਓ ਵੇਵ ਦੀ ਜੋ ਵੇਵਲੈਂਥ ਹੁੰਦੀ ਹੈ ਉਹ ਹੁੰਦੀ ਹੈ ਬੱਚੇ 10⁻²। ਜੋ ਮਾਈਕ੍ਰੋਵੇਵ ਦੀ ਹੁੰਦੀ ਹੈ ਉਹ ਹੁੰਦੀ ਹੈ 10⁻⁻²। IR ਦੀ 10⁻⁻3। ਉਸ ਤੋਂ ਬਾਅਦ ਵਿਜ਼ੀਬਲ ਦੀ 10⁻⁻6। ਤੁਹਾਨੂੰ ਯਾਦ ਕਰਨੀਆਂ ਪੈਣਗੀਆਂ। ਅਤੇ ਜੋ UV ਰੇਜ਼ ਦੇ ਵਿਜ਼ੀਬਲ ਹੁੰਦੀਆਂ ਨੇ ਇਹ ਦੋਨੇ ਆਪਸ ਵਿੱਚ ਮਤਲਬ ਬਹੁਤ ਕਲੋਜ਼ਲੀ ਹੁੰਦੀਆਂ ਨੇ, ਇਸ ਕਰਕੇ ਨਹੀਂ ਲਿਖ ਰਹੇ ਆਪਾਂ। ਐਕਸਰੇਜ਼ ਦੀ ਹੁੰਦੀਆਂ ਨੇ 10⁻⁻10 ਐਂਡ ਉਸ ਤੋਂ ਬਾਅਦ -8 10⁻⁻10 ਹਾਂਜੀ, ਇਹ ਜੋ ਵੈਲਿਊਜ਼ ਨੇ ਇਹ ਵੇਵਲੈਂਥ ਦੇ ਪਰਸਪੈਕਟਿਵ ਦੇ ਹਿਸਾਬ ਨੇ, ਅਤੇ ਇੱਧਰ ਅਸੀਂ ਲਿਖਾਂਗੇ ਫ੍ਰੀਕੁਐਂਸੀ ਦੇ ਪਰਸਪੈਕਟਿਵ ਦੇ ਹਿਸਾਬ ਨਾਲ। ਅਤੇ ਮੈਂ ਇਹਦੀ ਕਨਵਰਜ਼ਨ ਵੀ ਦੱਸ ਦੇਣਾ ਕਿਵੇਂ ਕਰਨੀ ਆ। ਦੇਖੋ, ਅਸੀਂ ਇੱਕ ਰਿਲੇਸ਼ਨ ਜੋ ਬਹੁਤ ਮਤਲਬ ਇੰਪੋਰਟੈਂਟ ਰਿਲੇਸ਼ਨ ਆ ਪੜ੍ਹਿਆ ਸੀ। ਹਾਂਜੀ, ਮੈਂ ਇਹਨੂੰ ਵੇਵਲੈਂਥ ਦੇ ਪਰਸਪੈਕਟਿਵ ਦੇ ਲਿਖ ਲੈਂਦਾ। ਦੇਖੋ, ਸਾਨੂੰ ਪਤਾ ਸੀ ਦੀ ਵੈਲਿਊ ਕਿੰਨੀ ਹੁੰਦੀ ਆ 3 × 10⁸ ਮੀਟਰ ਪਰ ਵਿਜ਼ੀਬਲ, ਸੌਰੀ। ਹਾਂਜੀ, ਇਹ ਰਿਲੇਸ਼ਨ ਅਸੀਂ ਪੜ੍ਹ ਚੁੱਕੇ ਸੀਗੇ। ਅਤੇ ਸੀ ਦੀ ਵੈਲਿਊ ਕੀ ਸੀਗੀ 3 × 10⁸ ਮੀਟਰ ਪਰ ਸੈਕ। ਅਸੀਂ ਆਪਦੇ ਮਤਲਬ ਅਸੀਂ ਇੱਥੇ ਅਸੀਂ ਇੱਥੇ 3 ਨੂੰ ਨੈਗਲੈਕਟ ਕਰ ਦਾਂਗੇ, 10⁸ ਦੇ ਨਾਲ ਹੀ ਡੀਲ ਕਰਾਂਗੇ। ਤਾਂ ਦੇਖੋ, ਜੇ ਇੱਥੇ 10⁻² ਰੇਡੀਓ ਵੇਵ ਆ, ਤਾਂ ਦੇਖੋ ਅਸੀਂ C = ਵੀ ਅਸੀਂ ਫ੍ਰੀਕੁਐਂਸੀ ਦੇ ਪਰਸਪੈਕਟਿਵ ਹਿਸਾਬ ਨਾਲ ਕੱਢਣੀ ਤਾਂ ਇੱਥੇ V ਦੀ ਵੈਲਿਊ ਕੱਢ ਲਾਂਗੇ। V = C/λ। ਤਾਂ ਦੇਖੋ V = C ਦੀ ਵੈਲਿਊ ਪਤਾ ਸੀ, ਪਰ ਅਸੀਂ ਕੋਰਸਪੋਂਡਿੰਗ 10⁸ ਲੈਤੀ ਆ ਅਤੇ ਇੱਧਰ 10⁻² ਆ। ਅਸੀਂ ਇਹਨੂੰ ਫ੍ਰੀਕੁਐਂਸੀ ਚੇਂਜ ਕਰਨਾ ਅਤੇ ਇੱਥੇ ਅਸੀਂ ਇਹਦੇ ਵਿੱਚ ਵੈਲਿਊ ਪਾ ਦਾਂਗੇ। ਤਾਂ ਇੱਥੇ ਦੀ ਵੈਲਿਊ ਕਿੰਨੀ ਆ ਜਾਊਗੀ 10⁻6 ਆ ਜਾਏਗੀ। ਤਾਂ ਇੱਥੇ ਅਸੀਂ ਫ੍ਰੀਕੁਐਂਸੀ ਦੇ ਪਰਸਪੈਕਟਿਵ ਹਿਸਾਬ ਨਾਲ ਲਿਖ ਦਾਂਗੇ 10⁻6। ਐਵੇਂ ਅਸੀਂ 10⁻² ਨਾਲ ਕਰ ਲਾਂਗੇ। ਅਸੀਂ ਉਸ ਫਾਰਮੂਲੇ ਵਿੱਚ ਵੈਲਿਊ ਪਾਈ ਜਾਵਾਂਗੇ 10⁻8/10⁻²। ਇਹ ਉੱਪਰ ਜਾ ਕੇ 10⁻10 ਬਣ ਜਾਏਗੀ। ਤਾਂ ਇਹ ਬੱਚੇ ਕੀ ਬਣ ਜੂਗੀ 10⁻10। ਤਾਂ V = ਨੈਕਸਟ ਹੈ ਬੱਚੇ ਮਾਈਕ੍ਰੋਵੇਵ 10⁻10⁻8/10⁻10। ਇਹ ਕੀ ਬਣ ਜੂ ਉੱਪਰ ਜਾ ਕੇ ਪੋਜ਼ੀਟਿਵ ਬਣ ਜਾਏਗੀ 10⁻11 ਬਣ ਜਾਏਗੀ। 11 ਉਸ ਤੋਂ ਬਾਅਦ 10⁻6 10⁻6। ਇਹ ਬੱਚੇ 10⁻14 ਬਣ ਜਾਏਗੀ। 10⁻14 ਬਣ ਜਾਏਗੀ। ਉਸ ਤੋਂ ਬਾਅਦ 10⁻8 ਹੈ
ये ऊपर जाके पॉजिटिव बन जाएगी, ये बन जाएगी 10⁻16 10⁻16 एंड उस तो बाद 10⁻8 उस तो बाद 10⁻−10⁻8 10⁻−10 है, तो ऊपर जाके 10⁻18 बन जाएगी 10⁻18 बन जाएगी एंड उस तो बाद गामा रेज की जो 10⁻8 10⁻−14 तो एक नहीं बन जाएगी उच्चे 10⁻² बन जाएगी। ठीक है, तो इतों असीं इन्हां दी कन्वर्जन समझ चुके हैं तो सानूं ये भी पता लग गया भी वेवलैंथ इज़ इनवर्सली प्रोपोर्शनल टू फ्रीकुएंसी होंदी है, तो इहदियां रेंज होंदियां ने बच्चे, मतलब असीं चाहे इहनूं फ्रीकुएंसी के अकॉर्डिंग लिख लीए चाहे असीं इहनूं वेवलैंथ के अकॉर्डिंग लिखीए। सानूं एग्जाम दे विच कुछ ही पूछ सकते हैं, मतलब किस दी फ्रीकुएंसी ज़्यादा किस दी वेवलैंथ ज़्यादा। जे असीं इहदा मतलब एक परसपैक्टिव याद रख लीए, भाव जे असीं इहदी वेवलैंथ ही याद रख लीए तो असीं फ्रीकुएंसी कढ सकते हैं। साडे कोले C इज़ इक्वल टू न्यू इंटू लैमडे का जो रिलेशन है वो साडे बहुत कम आ जाता, मतलब असीं उहदे विच वैल्यूज़ पा के असीं डिफरेंट वैल्यूज़ कढ़ सकते हैं। तो ये सी इलैक्ट्रोमैगनैटिक स्पैक्ट्रम, तो मतलब ये मेन वेव्स होंदियां ने, मतलब जिन्होंने असीं मतलब जो साडे मतलब सिलेबस दे विच हैगियां भी साडे जो न्यूमैरिकल दे विच बहुत ज़्यादा कम होणगियां। तो असीं विजिबल रीजन की थोड़ा गल करते हैं। हाँ जी, जो विजिबल रीजन आ हाँ जी, जो विजिबल रीजन बच्चे वो होंदा जो असीं अपनी अखां नाल देख सकते हैं, मतलब जो सानू कोई भी चीज़ दिखाई दिंदी है वो की आ विजिबल रीजन। हुण सानू कई रेज दिखाई दिंदियां हैगियां, हुण जे मन के चलो जो साडी जिवें साडा रिमोट कंट्रोल आ, जो साडा जदों कोई भी असीं रिमोट दी स्विच दबदे हां तां जो उहदे विच एक तरह की रेज जनरेट हुंदी है, तो वो रेज रिमोट विचों जनरेट हो के साडे टीवी तक पहुँचदी है, पर सानू विजिबल नहीं हुंदी। तां बच्चे इलैक्ट्रोमैगनैटिक वेव ही हुंदी आ, पर इस रीजन दे विच नहीं आउंदी। तां विजिबल रीजन की है, विजिबल रीजन वो आ जो असीं अपनी अखां नाल देख सकते हैं, असीं बुक्स नूं देख सकते हैं। मतलब सानू बुक्स क्यों दिखाई दिंदी है, क्योंकि वो विजिबल रीजन दे विच आउंदी है, मतलब जो लाइट साडी अखां तक पहुँचदी है। तां देखो तां विजिबल रीजन भी अगे क्लासीफाई किया होया, तुसीं 10th क्लास दे विच पढ़िया होना बिग ग्योर। तां विजिबल रीजन दे विच 7 कलर्स आउंदे ने, 7 कलर्स आउंदे ने, ते तुहानूं पता होगा भी ये हुंदा रैड, ये हुंदा ऑरेंज, ये हुंदा येलो, ये हुंदा ग्रीन, वायलट, इंडिगो, ब्लू। रैड कलर की वेवलैंथ सब तो ज़्यादा होंदी है, तो मैं इधर ये गल कह दूँगा भी वेवलैंथ इनक्रीज़ हो रही है। सानू पता वेव जिधर नूं वेवलैंथ इनक्रीज़ हो रही है फिर उधर नूं की हो रही, उधर नूं फ्रीकुएंसी की हो रही होगी, डिक्रीज़ हो रही होगी। फ्रीकुएंसी की हो रही हो बच्चे, डिक्रीज़ हो रही होनी है। फ्रीकुएंसी की हो रही होनी है, डिक्रीज़। तो इत्थों असीं पता कर सकते हैं भी जे सानू किसी की वेवलैंथ पता तो सानू उहदी समझ लो फ्रीकुएंसी भी पता। तो जिहड़ी विजिबल रीजन की जो वेवलैंथ की जो लिमिट होंदी आ वो होंदी आ 400 नैनोमीटर टू 700 नैनोमीटर। मतलब साडियां अखां सिर्फ 400 नैनोमीटर तो 700 नैनोमीटर की रेंज वाली लाइट नूं ही पकड़ करनगियां। इस तो जो घट होएगी असीं उहनूं भी नहीं देख सकते, इस तो जो वध होएगी असीं उहनूं भी नहीं देख सकते। हालांकि साडे आले दुआले हर तरह की रेंज होंदी है पर असीं नहीं देख सकते, तो असीं विजिबल रीजन भी बच्चे सीन कर सकते हैं। तो ये सी अपना अज का टॉपिक इलैक्ट्रोमैगनैटिक वेव तो इलैक्ट्रोमैगनैटिक स्पैक्ट्रम। उम्मीद है तुहानूं वीडियो पसंद आई होगी। थैंक यू।